ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। माधवे क्या कहिए भ्रम ऐसा, जैसा मानिए होए न तैसा। सतनाम। धन वाहिगुरु साहिब जी। आसा गगन नगर एक बूंद न बरखै, नाद कहाँ जु समाना। पार ब्रह्म परमेश्वर माधो, परमहंस ले सिधाना। बाबा बोलते ते कहाँ गए, देही के संग रहते। सुरत माहें जो नृत्य करते, कथा वार्ता कहते। रहाउ बजावन हारो कहाँ गयो, जिन एह मंदर कीना। साखी शबद सुरत नहीं उपजै, खिंच तेज सब लीना। सरवन विकल भय संग तेरे, इंद्री का बल थाका। चंदन रहे पर टरक परे है, मुखो नानक सै बाता। थाके पंच दूत सब तस कर, आप आपने भ्रमते। थाका मन कुंचर उर थाका, तेज सूत तर रमते। मृतक भय दसै बंध छूटे, मित्र भाई सब छोरे। कहत कबीरा जो हर ध्यावै, जीवत बंधन तोरे। मृतक भय दसै बंध छूटे, मित्र भाई सब छोरे। कहत कबीरा जो हर ध्यावै, जीवत
ਬੰਧਨ ਤੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋਂ, ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਅਸਥਾਨ 'ਤੇ ਚੱਲ ਰਹੀ ਹੈ। ਵਿਚਾਰ ਅਧੀਨ ਅੱਜ ਦਾ ਇਹ ਪਾਵਨ ਸ਼ਬਦ ਆਸਾ ਰਾਗ ਦਾ ਭਗਤਾਂ ਦੀ ਬਾਣੀ ਦਾ 18ਵਾਂ ਸ਼ਬਦ ਹੈ। ਪਾਵਨ ਅੰਕ 480 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਭਗਤ ਕਬੀਰ ਸਾਹਿਬ ਜੀ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ ਬਖਸ਼ਿਸ਼ ਪਾਏ ਕਰਦੇ ਹਨ ਕਿ ਮਨੁੱਖ ਦੇ ਜੀਵਨ ਦੇ ਅੰਦਰ ਜੋ ਮਾਇਆ ਦਾ ਰੋਲਾ ਗੋਲਾ ਹੈ, ਜਦੋਂ ਕੋਈ ਪ੍ਰਭੂ ਦੀ ਬੰਦਗੀ ਕਰਦਾ ਹੈ, ਉਸ ਨੂੰ ਸਿਮਰਦਾ ਹੈ, ਤਾਂ ਉਸਦੇ ਜੀਵਨ ਵਿੱਚੋਂ ਇਹ ਮਾਇਆ ਦਾ ਰੋਲਾ ਗੋਲਾ ਕਿਵੇਂ ਮਿਟਦਾ ਹੈ। ਇਸ ਸ਼ਬਦ ਦੇ ਬਾਬਤ ਬਹੁਤ ਸਾਰੀਆਂ ਸਾਖੀਆਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਕਈ ਟੀਕਾਕਾਰਾਂ ਨੇ ਇਹ ਵੀ ਲਿਖ ਦਿੱਤਾ ਕਿ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਉਦੋਂ ਉਚਾਰਨ ਕੀਤਾ ਕਿ ਉਹ ਇੱਕ ਆਪਣੇ ਮਿੱਤਰ ਨੂੰ ਪਰਮਹੰਸ ਜੋਗੀ ਨੂੰ ਮਿਲਣ ਵਾਸਤੇ ਗਏ, ਅਤੇ ਉੱਥੇ ਜਾ ਕੇ ਕੀ ਦੇਖਦੇ ਹਨ ਕਿ ਉਹਨਾਂ ਦਾ ਜਿਹੜਾ ਮਿੱਤਰ ਪਰਮਹੰਸ ਜੋਗੀ ਸੀ ਉਹ ਕਾਲਵਸ ਹੋਇਆ ਪਿਆ ਸੀ। ਕਹਿੰਦੇ ਉਸ ਨੂੰ ਦੇਖ ਕੇ ਇਹ ਸ਼ਬਦ ਉਚਾਰਨ ਕਰ ਦਿੱਤਾ, ਜਿੱਥੇ ਕਿ ਕਈ ਟੀਕਾਕਾਰਾਂ ਨੇ ਅਰਥ ਕਰਨ ਲੱਗਿਆਂ ਭੁਲੇਖਾ ਖਾਧਾ। ਅਸੀਂ ਦੇਖਦੇ ਹਾਂ ਤਕਰੀਬਨ ਸੰਗਤ ਇਸ ਸ਼ਬਦ ਦੇ ਪ੍ਰਥਾਏ ਇਸ ਭੁਲੇਖੇ ਵਿੱਚ ਰਹਿੰਦੀ ਹੈ ਕਿ ਸਾਡੇ ਮਰ ਚੁੱਕੇ ਵਡੇਰੇ ਬਜ਼ੁਰਗ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਹੋਇਆ ਕਿ ਸਾਡੇ ਨਾਲ ਜੋ ਸਾਡੇ ਵੱਡੇ ਰਹਿੰਦੇ ਸਨ ਉਹ ਸਰੀਰ ਛੱਡ ਗਏ ਹਨ, ਕਾਲਵਸ ਹੋ ਗਏ ਹਨ, ਉਹ ਕਿੱਥੇ ਚਲੇ ਗਏ ਹਨ। ਪਰ ਇਸ ਸ਼ਬਦ ਦੇ ਸਾਰੇ ਅਰਥ ਹੀ ਕੋਈ ਹੋਰ ਨੇ। ਜਿਹੜੇ ਅਰਥ ਅਸੀਂ ਸੁਣਦੇ ਜਾਂ ਸਮਝਦੇ ਹਾਂ, ਪਰ ਇਸ ਸ਼ਬਦ ਦੇ ਅਰਥ ਬਿਲਕੁਲ ਅੱਡ ਹਨ। ਆਓ ਇਸ ਸ਼ਬਦ ਦੇ ਰਾਹੀਂ ਜੋ ਵਿਚਾਰ ਭਗਤ ਕਬੀਰ ਸਾਹਿਬ ਜੀ ਸਾਡੇ ਸਮਕਸ਼ ਰੱਖਣਾ ਚਾਹੁੰਦੇ ਹਨ, ਯਤਨ ਕਰਾਂਗੇ ਕਿ ਉਹਨਾਂ ਵਿਚਾਰਾਂ ਨੂੰ ਸਮਝਣ ਦਾ, ਮਨਨ ਕਰਨ ਦਾ, ਤਾਂ ਕਿ ਸ਼ਬਦ ਦੇ ਰਾਹੀਂ ਜੋ ਵਿਚਾਰਧਾਰਾ ਦੀ ਸਹੀ ਤਸਵੀਰ ਹੈ ਉਹ ਸਾਡੇ ਸਾਹਮਣੇ ਆਵੇ। ਕਿਉਂਕਿ ਕਈ ਵਾਰੀ ਜਦੋਂ ਸ਼ਬਦ ਕੇਵਲ ਸੁਣਦੇ ਹਾਂ, ਵਿਚਾਰਦੇ ਨਹੀਂ, ਅਤੇ ਉਸ ਸ਼ਬਦਾਂ ਦੇ ਬੋਲਾਂ ਦੇ ਰਾਹੀਂ ਸਾਡੇ ਮਨ ਵਿੱਚ ਤਸਵੀਰ ਕੋਈ ਹੋਰ ਬਣ ਜਾਂਦੀ ਹੈ। ਅਤੇ ਕਈ ਸ਼ਬਦਾਂ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਜਿਵੇਂ ਕਿ ਇਹ ਮਰ ਚੁੱਕੇ ਵਡੇਰੇ ਦੇ ਪ੍ਰਥਾਏ ਗਾਉਣ ਵਾਸਤੇ ਸ਼ਬਦ ਉਚਾਰਨ ਕੀਤਾ ਹੋਇਆ, ਪਰ ਐਸੀ ਗੱਲ ਨਹੀਂ ਹੈ। ਔਰ ਸ਼ਬਦ ਦੇ ਰਾਹੀਂ ਜੋ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਸਮਕਸ਼ ਰੱਖੇ ਹਨ, ਉਸ ਵਿਚਾਰ ਨਾਲ ਜੁੜਾਂਗੇ। ਮਨੋਵਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਰੱਬੀ ਕਲਾਮ ਨੂੰ, ਰੱਬੀ ਬਾਣੀ ਨੂੰ ਸੁਣਦੇ ਹਾਂ, ਸੁਣ ਕੇ ਉਸ ਨੂੰ ਵਿਚਾਰਨ ਦਾ, ਸਮਝਣ ਦਾ
ਸਾਡੇ ਮੁਤਾबिਕ ਜਿਤਨਾ ਸਾਨੂੰ ਗੁਰਬਾਣੀ ਦਾ ਗਿਆਨ ਹੈ, ਉਤਨਾ ਕੁ ਸਾਨੂੰ ਗੁਰਬਾਣੀ ਦਾ ਨਜ਼ਰੀਆ ਹੈ, ਔਰ ਉਸ ਨਜ਼ਰੀਏ ਦੇ ਮੁਤਾਬਿਕ ਹੀ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ, ਸੁਣਦੇ ਹਾਂ ਅਤੇ ਉਸਦੇ ਅਰਥ ਕੱਢ ਲੈਂਦੇ ਹਾਂ। ਇਸ ਕਰਕੇ ਕਈ ਸ਼ਬਦ ਗੁਰਬਾਣੀ ਦੇ ਉਹਨਾਂ ਨੂੰ ਨਾ ਸਮਝਣ ਕਰਕੇ ਅਸੀਂ ਪੂਰੀ ਜ਼ਿੰਦਗੀ ਉਸਦੇ ਹੋਰ ਹੀ ਅਰਥ ਬਣਾ ਕੇ ਰੱਖਦੇ ਹਾਂ, ਔਰ ਕਈ ਵਾਰੀ ਉਹਨਾਂ ਸ਼ਬਦਾਂ ਦੇ ਰਾਹੀਂ ਗੁਰਮਤਿ ਦੇ ਤੱਤ ਗਿਆਨ ਨੂੰ ਅਸੀਂ ਠੁਕਰਾ ਕੇ ਆਮ ਸੰਸਾਰੀ ਚੀਜ਼ਾਂ ਦੇ ਨਾਲ ਜੋੜ ਕੇ ਹੀ ਉਸ ਸ਼ਬਦ ਨੂੰ ਪੜ੍ਹਦੇ ਸੁਣਦੇ ਹਾਂ, ਔਰ ਪੂਰੀ ਜ਼ਿੰਦਗੀ ਇਸ ਤਰ੍ਹਾਂ ਹੀ ਉਸ ਸ਼ਬਦ ਨੂੰ ਸਮਝਦੇ ਰਹਿੰਦੇ ਹਾਂ। ਜਦੋਂ ਅਸੀਂ ਗੁਰਮਤਿ ਦੀ ਖੋਜ ਕਰਾਂਗੇ, ਗੁਰਮਤਿ ਦੀ ਪੜਤਾਲ ਕਰਾਂਗੇ, ਗੁਰਮਤਿ ਨੂੰ ਸਮਝਣ ਦਾ ਯਤਨ ਕਰਾਂਗੇ, ਅਤੇ ਭਗਤ ਕਬੀਰ ਸਾਹਿਬ ਜੀ ਦੇ ਇਸ ਤਰੀਕੇ ਦੇ ਕਈ ਸ਼ਬਦ ਉਚਾਰਨ ਕੀਤੇ ਹੋਏ ਹਨ। ਪਿੱਛੇ ਵੀ ਅਸੀਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਰਾਗ ਦੇ ਵਿੱਚ 52 ਨੰਬਰ ਸ਼ਬਦ ਨੂੰ ਵਿਚਾਰ ਕੇ ਆਏ। ਉੱਥੇ ਵੀ ਇੱਕ ਵਿਚਾਰ ਆਈ ਸੀ, ਤਾਗਾ ਟੂਟਾ ਗਗਨ ਵਿੰਸ ਗਿਆ, ਤੇਰਾ ਬੋਲਤ ਕਹਾਂ ਸਮਾਈ, ਇਹ ਸੰਸਾ ਮੋਕੋ ਅੰਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ। ਇਹ ਸ਼ਬਦ ਵੀ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। 52 ਨੰਬਰ ਸ਼ਬਦ ਹੈ। ਗੋੜੀ ਰਾਗ ਦੇ ਵਿੱਚ 334 ਅੰਗ 'ਤੇ ਅਸੀਂ ਪਿਛਲੇ ਸਮੇਂ ਵਿੱਚ ਇਸ ਸ਼ਬਦ ਨੂੰ ਵਿਚਾਰਿਆ ਸੀ। ਅਤੇ ਜਦੋਂ ਇਹਨਾਂ ਸ਼ਬਦਾਂ ਦੇ ਦੋਨਾਂ ਦੇ ਆਪਸ ਦੇ ਵਿੱਚ ਬੋਲ ਦੇਖਾਂਗੇ, ਤਕਰੀਬਨ ਇੱਕੋ ਜਿਹੇ ਬੋਲ ਹਨ। ਭਾਵੇਂ ਸ਼ਬਦ ਦੇ ਪ੍ਰਥਾਏ ਵੀ ਕਈ ਟੀਕਾਕਾਰਾਂ ਨੇ ਇੱਕ ਕਥਾ ਲਿਖ ਦਿੱਤੀ, ਜੋ ਗੋੜੀ ਰਾਗ ਦਾ ਸ਼ਬਦ ਹੈ ਕਿ ਤਾਗਾ ਟੂਟਾ ਗਗਨ ਵਿੰਸ ਗਿਆ, ਤੇਰਾ ਬੋਲਤ ਕਹਾਂ ਸਮਾਈ, ਕਿ ਇਹ ਵੀ ਜਦੋਂ ਪਰਮਹੰਸ ਜੋਗੀ ਕਬੀਰ ਸਾਹਿਬ ਦੇ ਕਹਿੰਦੇ ਮਿੱਤਰ ਹਨ, ਉਹਨਾਂ ਨੂੰ ਮਿਲਣ ਜਾਂਦੇ ਹਨ ਤਾਂ ਉਚਾਰਨ ਕੀਤਾ ਸੀ। ਉਹਨਾਂ ਦੇ ਵਿਛੋੜੇ ਅੰਦਰ ਕਹਿੰਦੇ ਨਿਰਵੇ ਹੋਏ, ਵਿਆਕੁਲ ਹੋਏ ਹੋਏ ਕਬੀਰ ਸਾਹਿਬ ਜੀ ਕਹਿੰਦੇ ਇਹ ਬਚਨ ਉਸ ਵੇਲੇ ਉਚਾਰਨ ਕੀਤਾ, ਔਰ ਜੋਗੀ ਦੇ ਮਰਨ ਦੀ ਕਹਾਣੀ ਜੋੜ ਕੇ ਇਸ ਸ਼ਬਦ ਨੂੰ ਪ੍ਰਚਾਰਿਆ ਗਿਆ। ਅਤੇ ਅੱਜ ਅਸੀਂ ਦੇਖਦੇ ਹਾਂ ਕਿ ਤਕਰੀਬਨ ਜਦੋਂ ਘਰ ਦਾ ਕੋਈ ਵਡੇਰਾ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਸੀ, ਕੀਰਤਨੀਆਂ ਨੂੰ ਕਹਿੰਦੇ ਹਾਂ ਕਿ ਇਹ ਸ਼ਬਦ ਜਿੰਨਾ ਅਰਦਾਸ ਹੋਣੀ ਉਸ ਦੇ ਨਾਲ ਜ਼ਰੂਰ ਸਰਵਣ ਕਰਾਇਓ। ਅਸੀਂ ਲਿਖ ਕੇ ਭੇਜਦੇ ਹਾਂ ਵੀ ਬਾਕੀ ਸ਼ਬਦ ਪੜ੍ਹੇ ਜਾਣ ਭਾਵੇਂ ਨਾ ਪੜ੍ਹੇ ਜਾਣ, ਪਰ ਬਾਬਾ ਬੋਲਤੇ ਤੇ ਕਹਾਂ ਗਏ, ਇਹ ਸ਼ਬਦ ਤੁਸੀਂ ਜ਼ਰੂਰ ਪੜ੍ਹਵਾਉਣਾ ਹੈ। ਹੁਣ ਜੇ ਕਿਸੇ ਨੂੰ ਪੁੱਛਿਆ ਜਾਏ ਇਸ ਦੇ ਅਰਥ ਕੀ ਨੇ, ਅਤੇ ਉਹ ਕਹਿਣਗੇ ਸਾਨੂੰ ਤਾਂ ਪਤਾ ਨਹੀਂ, ਸਾਨੂੰ ਇਹ ਪਤਾ ਵੀ ਸਾਡਾ ਬਾਬਾ ਬੋਲਦਾ ਸੀ, ਉਹ ਚਲਾ ਗਿਆ ਸਾਡੇ ਕੋਲੋਂ। ਔਰ ਜਦੋਂ ਅਸੀਂ ਸ਼ਬਦਾਂ ਨੂੰ ਆਪਸ ਦੇ ਵਿੱਚ ਸਾਹਮਣੇ ਰੱਖਦੇ ਹਾਂ, ਜਿਵੇਂ ਕਬੀਰ ਸਾਹਿਬ ਜੀ ਨੇ ਗੋੜੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਅਤੇ ਇਹ ਸ਼ਬਦ ਦੇ ਜਿਹੜੇ ਅੱਖਰ ਨੇ ਉਹ ਵੀ ਕਾਫੀ ਮੇਲ ਖਾਂਦੇ ਨੇ। ਬਾਬਾ ਬੋਲਤੇ ਤੇ ਕਹਾਂ ਗਏ, ਉੱਥੇ ਤੇਰਾ ਬੋਲਤ ਕਹਾਂ ਸਮਾਈ, ਜਿਹੜਾ ਤੇਰਾ ਬੋਲ ਸੀ, ਜਿਹੜਾ ਤੂੰ ਬੋਲਦਾ ਸੀ, ਉਹ ਕਿੱਥੇ ਸਮਾ ਗਿਆ ਹੈ। ਉੱਥੇ ਵੀ ਜਦੋਂ ਅਸੀਂ ਦੇਖਾਂਗੇ, ਔਰ ਜਿਤਨੇ ਵੀ ਅਸੀਂ ਬੰਦ ਹਾਂ, ਜੇ ਉਹਨਾਂ ਬੰਦਾਂ ਨੂੰ ਆਪਸ ਵਿੱਚ ਸਾਹਮਣੇ ਰੱਖਾਂਗੇ, ਸ਼ਬਦ ਦੇ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਰਲੀਆਂ ਹੋਈਆਂ ਹਨ। ਕਈ ਪੰਕਤੀਆਂ ਜਿਹੜੀਆਂ ਨੇ, ਪਦੇ ਜਿਹੜੇ ਨੇ, ਇੱਕ ਦੂਜੇ ਦੀ ਵਿਆਖਿਆ ਕਰ ਰਹੇ ਹਨ। ਇਸ ਕਰਕੇ ਇਹ ਜਿਹੜੀ ਵਿਚਾਰ ਹੈ, ਇਹ ਸਾਨੂੰ ਇੱਥੇ ਸਮਝਣੀ ਚਾਹੀਦੀ ਹੈ ਕਿ ਇਹ ਕੋਈ ਮਨੁੱਖ ਦੇ ਨਾਲ ਜੁੜੀ ਹੋਈ ਕਹਾਣੀ ਨਹੀਂ, ਜਾਂ ਜੋਗੀ ਦੇ ਨਾਲ ਜੁੜੀ ਹੋਈ ਕਹਾਣੀ ਨਹੀਂ, ਸਗੋਂ ਇਹ ਸਾਡੇ ਜੀਵਨ ਦੀ ਅਸਲ ਗਾਥਾ ਹੈ, ਜੋ ਭਗਤ ਕਬੀਰ ਸਾਹਿਬ ਜੀ ਸ਼ਬਦ ਦੇ ਰਾਹੀਂ ਸਮਝਾਉਣਾ ਚਾਹੁੰਦੇ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਅੱਗੇ ਜਾ ਕੇ ਜੋ ਆਉਣਾ ਹੈ, ਉੱਥੇ ਜੋ ਮੈਂ ਰੂਪ ਕੀਏ ਬਹੁ ਤੇਰੇ, ਅਫੁਨ ਰੂਪ ਨਾ ਹੋਈ, ਤਾਗਾ ਤੰਤ ਸਾਜ ਸਭ ਥਾਕਾ, ਰਾਮ ਨਾਮ ਵਸੋਈ, ਅਬ ਮੋਹਿ ਨਾਚਨੋ ਨਾ ਆਵੈ, ਮੇਰਾ ਮਨ ਮੰਦਰੀਆ ਨਾ ਬਜਾਵੈ, ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਟੂਟੀ, ਕ੍ਰਿਸ਼ਨਾ ਗਾਗਰ ਫੁੱਟੀ, ਕਾਮ ਚੋਲ ਨਾ ਭਇਆ ਹੈ ਪੁਰਾਨਾ, ਗਿਆ ਭਰਮ ਸਭ ਛੁੱਟੀ।
ਸਰਬ ਭੂਤ ਏਕੈ ਕਰ ਜਾਣਿਆ, ਚੂਕੇ ਬਾਦ ਵਿਵਾਦਾ, ਕਹਿ ਕਬੀਰ ਮੈਂ ਪੂਰਾ ਪਾਇਆ, ਪਹੇ ਰਾਮ ਪ੍ਰਸਾਦਾ। ਅੱਗੇ ਜਾ ਕੇ ਜਦੋਂ ਇਹ ਸ਼ਬਦ ਵਿਚਾਰਾਂਗੇ ਤੇ ਇਸ ਸ਼ਬਦ ਦੇ ਨਾਲ ਉਹ ਸ਼ਬਦ ਵੀ ਮੈਚ ਕਰੇਗਾ। ਹੁਣ ਆਓ ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਇਹ ਸ਼ਬਦ ਕਿਸੇ ਮਰ ਚੁੱਕੇ ਪ੍ਰਾਣੀ ਦੇ ਪਰਥਾਏ ਹੈ ਜਾਂ ਸਾਡੇ ਜੀਵਨ ਨਾਲ ਜੁੜਿਆ ਹੋਇਆ ਇਹ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਆਖਣ ਲੱਗੇ ਬਾਬਾ ਦਾ ਅਰਥ ਹੁੰਦਾ ਹੈ ਹੇ ਭਾਈ, ਹੇ ਬਾਬਾ, ਸੰਬੋਧਨ ਹੈ। ਜਿਸ ਤਰ੍ਹਾਂ ਆਪਾਂ ਕਰਦੇ ਹੇ ਮਨ, ਜਿਸ ਤਰ੍ਹਾਂ ਕਰਦੇ ਹੇ ਮੇਰੇ ਮਨ, ਜਿਸ ਤਰ੍ਹਾਂ ਹੇ ਰਾਮ, ਹੇ ਪ੍ਰਭੂ, ਹੇ ਸਤਿਗੁਰੂ, ਇਸ ਤਰ੍ਹਾਂ ਹੀ ਇਹ ਬਾਬਾ ਅੱਖਰ ਸੰਬੋਧਨ ਰੂਪ ਦੇ ਵਿੱਚ ਹੈ। ਹੇ ਮੇਰੇ ਭਾਈ, ਹੇ ਮੇਰੇ ਬਾਬਾ। ਕਹਿੰਦੇ ਬੋਲਤੇ ਤੇ ਕਹਾਂ ਗਏ। ਕਹਿੰਦੇ ਹਰ ਸਿਮਰਨ ਦੀ ਬਰਕਤ ਦੇ ਨਾਲ ਕਹਿੰਦੇ ਤੇਰੇ ਅੰਦਰ ਇੱਕ ਅਚਰਜ ਤਬਦੀਲੀ ਪੈਦਾ ਹੋ ਗਈ। ਜਦੋਂ ਅਸੀਂ ਪ੍ਰਭੂ ਨੂੰ ਸਿਮਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ, ਜਿਸ ਤਰ੍ਹਾਂ ਕਹਿ ਲਵਾਂ ਕਿ ਆਪਾਂ ਬਾਣੀ ਨੂੰ ਵਿਚਾਰ ਰਹੇ ਹਾਂ, ਕਿ ਇਸ ਵਿਚਾਰਨ ਦੇ ਨਾਲ, ਵਿਚਾਰ ਨੂੰ ਸੁਣ ਕੇ ਸਾਡੇ ਜੀਵਨ ਵਿੱਚ ਤਬਦੀਲੀ ਨਹੀਂ ਆਏਗੀ, ਸਾਡਾ ਜੀਵਨ ਬਦਲੇਗਾ ਨਹੀਂ। ਜੇ ਵਿਚਾਰਨ ਤੋਂ ਬਾਅਦ, ਬਾਣੀ ਨੂੰ ਗਾਉਣ ਤੋਂ ਬਾਅਦ, ਪੜ੍ਹਨ ਤੋਂ ਬਾਅਦ ਜੇ ਜੀਵਨ 'ਚ ਕੋਈ ਤਬਦੀਲੀ ਨਹੀਂ ਤੇ ਮਾਫ਼ ਕਰਨਾ, ਫਿਰ ਅਸੀਂ ਬਾਣੀ ਪੜ੍ਹੀ ਹੀ ਨਹੀਂ। ਜਿਵੇਂ ਡਾਕਟਰ ਕੋਲ ਜਾ ਕੇ ਦਵਾਈ ਲੈਂਦੇ ਹਨ ਅਤੇ ਸਾਡਾ ਫੀਵਰ ਠੀਕ ਹੁੰਦਾ ਹੈ, ਜ਼ੁਕਾਮ ਠੀਕ ਹੁੰਦਾ ਹੈ, ਖੰਘ ਠੀਕ ਹੁੰਦੀ ਹੈ। ਜੇ ਗੁਰੂ ਦੇ ਕੋਲ ਆਏ ਹਾਂ, ਵੈਦ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਇੱਥੇ ਆ ਕੇ ਵੀ ਜਦੋਂ ਸਤਿਗੁਰ ਦੇ ਸ਼ਬਦ ਨਾਲ ਜੁੜਦੇ ਹਾਂ ਅਤੇ ਸਾਡੇ ਅੰਦਰ ਦੀ ਜੋ ਬਿਮਾਰੀਆਂ ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਹ ਠੀਕ ਹੁੰਦੀਆਂ ਹਨ। ਇੱਕ ਬਿਮਾਰੀ ਸਰੀਰ ਦੀ ਹੈ, ਇੱਕ ਸਰੀਰ ਦੇ ਅੰਦਰ ਜਿਹੜੀ ਬਿਮਾਰੀ ਵਾਸਨਾਵਾਂ ਦੀ ਹੈ, ਉਸ ਤੋਂ ਸਾਡਾ ਛੁਟਕਾਰਾ ਮਿਲਦਾ ਹੈ। ਇਸ ਕਰਕੇ ਸ਼ਬਦ ਕਹਿਣਾ ਇਹ ਚਾਹ ਰਹੇ ਨੇ ਕਿ ਹੇ ਬਾਬਾ, ਹੇ ਭਾਈ, ਹਰੀ ਪਰਮਾਤਮਾ ਦੀ ਸਿਮਰਨ ਦੀ ਬਰਕਤ ਦੇ ਨਾਲ ਮੇਰੇ ਜੀਵਨ ਦੇ ਅੰਦਰ ਇੱਕ ਵੱਖਰੀ ਜਿਹੀ ਤਬਦੀਲੀ ਪੈਦਾ ਹੋ ਗਈ ਹੈ। ਕਹਿੰਦੇ ਉਹ ਜਿਹੜੇ ਬੋਲ ਸਨ, ਬੋਲਤੇ ਥੇ ਕਹਾਂ ਗਏ, ਜਿਹੜੇ ਉਹ ਬੋਲ ਬੁਲਾਰੇ ਕਿੱਥੇ ਗਏ ਜੋ ਸਰੀਰ ਸੰਬੰਧੀ ਹੀ ਰਹਿੰਦੇ ਸਨ। ਦੇਹੀ ਕੇ ਸੰਗ ਰਹਤੇ, ਭਾਵ ਕਿ ਸਾਡੇ ਅੰਦਰ ਦੇਹੀ ਦੇ ਨਾਲ ਕੀ ਸੀ ਕਿ ਮਾਇਆ ਦੇ ਜਿਹੜੇ ਬੋਲ ਬੁਲਾਰੇ ਸਨ, ਮਾਇਆ ਦਾ ਜਿਹੜਾ ਖਿਆਲ ਸੀ ਉਹ ਹਰ ਵੇਲੇ ਬਣਿਆ ਰਹਿੰਦਾ ਸੀ। ਇਹ ਲੋਭ ਆਦਿਕ ਦਾ ਖਿਆਲ, ਕਹਿੰਦੇ ਉਹ ਖਿਆਲ, ਉਹ ਵਿਚਾਰ ਜੋ ਸਾਡੇ ਮਾਇੰਡ ਦੇ ਅੰਦਰ ਫੁਰਨੇ ਚੱਲਦੇ ਸਨ, ਉਹ ਕਿੱਥੇ ਚਲੇ ਗਏ। ਬਾਬਾ ਬੋਲਤੇ ਤੇ ਕਹਾਂ ਗਏ, ਜਿਹੜੇ ਬੋਲ ਅੰਦਰ ਹਰ ਵੇਲੇ ਬੋਲਦੇ ਰਹਿੰਦੇ ਸਨ, ਜਿਹੜੇ ਲੋਭ ਆਦਿਕ ਦੇ ਫੁਰਨੇ ਹਰ ਵੇਲੇ ਚੱਲਦੇ ਰਹਿੰਦੇ ਸਨ, ਉਹ ਕਿੱਥੇ ਚਲੇ ਗਏ, ਕਿੱਥੇ ਗਾਇਬ ਹੋ ਗਏ। ਦੇਹੀ ਕੇ ਸੰਗ ਰਹਤੇ, ਉਹ ਜਿਹੜੇ ਫੁਰਨੇ ਸਨ ਸਰੀਰ ਸੰਬੰਧੀ ਹੀ ਸਨ, ਸਰੀਰ ਨਾਲ ਜੁੜੇ ਹੋਏ ਫੁਰਨੇ ਸਨ। ਕਹਿੰਦੇ ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਕਹਿੰਦੇ ਉਹ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ ਸਨ। ਸੁਰਤ ਵਿੱਚ ਹਰ ਵੇਲੇ ਸਰੀਰ ਦੀਆਂ ਗੱਲਾਂ ਚੱਲਦੀਆਂ ਸਨ, ਮਾਇਆ ਦੀਆਂ ਗੱਲਾਂ ਚੱਲਦੀਆਂ ਸਨ, ਦੇਹ ਅਧਿਆਸ ਦੀਆਂ ਗੱਲਾਂ ਚੱਲਦੀਆਂ ਸਨ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਫੁਰਨੇ ਹੁਣ ਕਿੱਥੇ ਗੁੰਮ ਹੋ ਗਏ ਹਨ, ਕਿਤੇ ਅਲੋਪ ਹੋ ਗਏ ਹਨ। ਸੁਰਤ ਮਾਹੇ ਜੋ ਨਿਰਤੇ ਕਰਤੇ, ਨਿਰਤੇ ਦਾ ਅਰਥ ਹੁੰਦਾ ਨ੍ਰਿਤ ਕਰਨਾ, ਨੱਚਣਾ। ਕਈ ਵਾਰੀ ਬੰਦਾ ਅੰਦਰੋਂ ਨੱਚ ਰਿਹਾ ਹੁੰਦਾ, ਫੁਰਨੇ ਉਹਨੂੰ ਨਚਾ ਰਹੇ ਹੁੰਦੇ ਹਨ। ਵੈਸੇ ਵੀ ਜੋ ਕੁਝ ਸਾਨੂੰ ਨਚਾ ਰਿਹਾ, ਉਸਨੂੰ ਮਹਾਰਾਜ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੋਰਿਓ ਫਿਰਤ ਹੈ, ਜਬ ਕਛ ਪਾਵਤ ਤਬ ਗਰਵ ਕਰਤ ਹੈ। ਉਹ ਹੰਕਾਰ ਬੰਦੇ ਨੂੰ ਨਚਾ ਰਿਹਾ ਹੈ। ਜਬ ਕਛ ਪਾਵਤ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਣ ਲੱਗਦਾ। ਕੁਛ ਪ੍ਰਾਪਤ ਕਰ ਲੈਂਦਾ ਤੇ ਹੰਕਾਰ ਕਰਦਾ, ਜੇ ਮਾਇਆ ਚਲੀ ਜਾਏ ਤਾਂ ਰੋਣਾ ਸ਼ੁਰੂ ਕਰ ਦਿੰਦਾ।
ਹੁਣ ਭਗਤ ਕਰੇ ਸਾਥ ਸਮਝਾਉਣਾ ਇਹ ਚਾਹੁੰਦੇ ਹਨ ਕਿ ਉਹ ਸਮਾਂ ਸੀ ਜੋ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰਕ ਮੋਹ ਬਾਰੇ ਹੀ ਸਨ। ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ ਤੇ ਉਹ ਕਿੱਥੇ ਚਲੇ ਗਏ। ਆਖਣ ਲਗੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਕਥਾ ਵਾਰਤਾ ਕਿਉਂਕਿ ਇਹ ਕਥਾ ਵਾਰਤਾ ਨਹੀਂ ਜੋ ਅਸੀਂ ਕਰ ਰਹੇ ਹਾਂ, ਸਾਡੇ ਅੰਦਰ ਵੀ ਕੋਈ ਇਹਨਾਂ ਫੁਰਨਿਆਂ ਦੀ ਕਥਾ ਵਾਰਤਾ ਚੱਲ ਰਹੀ ਸੀ। ਮਾਇਕ ਫੁਰਨਾਂ ਦੇ ਕੋਈ ਨਾ ਕੋਈ ਗੱਲਾਂ ਬਾਤਾਂ ਚੱਲ ਰਹੀਆਂ ਸਨ। ਸਰੀਰਕ ਮੋਹ ਦੇ ਵਿੱਚ ਅਸੀਂ ਫਸੇ ਹੋਏ ਸਨ, ਪਰਿਵਾਰਾਂ ਵਿੱਚ ਫਸੇ ਹੋਏ ਸਨ। ਉਹ ਜਿਹੜੀ ਵਿਚਾਰ ਅੰਦਰ ਚੱਲ ਰਹੀ ਸੀ, ਉਹ ਮਾਇਕ ਫੁਰਨੇ, ਉਹ ਮਾਇਆ ਦੀਆਂ ਕਥਾ ਵਾਰਤਾਵਾਂ ਭਗਤ ਕਬੀਰ ਸਾਹਿਬ ਕਹਿੰਦੇ ਉਹ ਕਿਤੇ ਜਾ ਕੇ ਅਲੋਪ ਹੋ ਗਈਆਂ ਹਨ। ਕਿਉਂਕਿ ਮੇਰੇ ਜੀਵਨ ਤੋਂ ਪਾਸੇ ਹੋ ਗਈਆਂ ਹਨ, ਉਹ ਮੇਰੇ ਜੀਵਨ 'ਚੋਂ ਚਲੀ ਗਈਆਂ ਨੇ। ਉਹ ਹੁਣ ਨਿਰਤ ਜਿਹੜਾ ਸੀ ਮਾਇਆ ਦਾ ਲੋਭ ਆਦਿਕ ਦੇ ਫੁਰਨਿਆਂ ਦਾ, ਉਹ ਖਤਮ ਹੋ ਗਿਆ। ਮੇਰੇ ਜੀਵਨ 'ਚ ਉਹ ਹੁਣ ਲੋਭ ਨਹੀਂ ਰਹਿ ਗਿਆ। ਇੱਥੇ ਕਥਾ ਵਾਰਤਾ ਕੋਈ ਇਹ ਨਹੀਂ ਵੀ ਕੋਈ ਬੰਦਾ ਸਾਡੇ ਨਾਲ ਮਿਲਦਾ ਸੀ ਔਰ ਜੋ ਸਾਡੇ ਵਿੱਚੋਂ ਨੱਚਦਾ ਸੀ। ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੇ ਧਿਆਨ ਲਗਾ ਲੈਂਦੇ ਨੇ ਵੀ ਸਾਡਾ ਵੱਡਾ ਜਿਹੜਾ ਬਾਪੂ ਸੀ ਉਹ ਸਾਡੇ ਨਾਲ ਦੇਖੋ ਕਿਵੇਂ ਪਾਰਟੀਆਂ 'ਤੇ ਜਾਂਦਾ ਸੀ, ਬਾਪੂ ਨੱਚਿਆ ਕਰਦਾ ਸੀ ਜੀ, ਟੱਪਦਾ ਸੀ ਉੱਥੇ ਸ਼ਰਾਬ ਪੀ ਕੇ, ਅਤੇ ਹੁਣ ਉਹ ਵਿਚਾਰਾ ਚਲਾ ਗਿਆ। ਲੋਕ ਇੱਥੇ ਬਹਿ ਕੇ ਰੋਂਦੇ ਨੇ ਜਦੋਂ ਇਹ ਸ਼ਬਦ ਗਾਇਨ ਕਰਦੇ ਨੇ। ਇਹ ਤਾਂ ਗੱਲਾਂ ਚੱਲ ਹੀ ਨਹੀਂ ਰਹੀਆਂ। ਇਸ ਸ਼ਬਦ ਦੇ ਵਿੱਚ ਸਾਰੀ ਗੱਲ ਹੀ ਸਾਡੇ ਅੰਦਰ ਦੇ ਲੋਭ ਆਦਿਕ ਵਿਕਾਰਾਂ ਦੀ ਗੱਲ ਚੱਲ ਰਹੀ ਵੀ ਉਹ ਲੋਭ ਆਦਿਕ ਵਿਕਾਰ ਜਿਹੜੇ ਸੀ, ਜਿਹੜੇ ਦੇਹੀ ਸੰਬੰਧੀ ਰਹਿੰਦੇ ਸਨ, ਜੋ ਸਰੀਰਾਂ ਨਾਲ ਜੁੜੇ ਹੋਏ ਸਨ, ਕਦੀ ਅਧਿਆਤਮ ਦੀ ਗੱਲ ਨਹੀਂ ਸੀ ਚੱਲਦੀ ਅੰਦਰ। ਉਹ ਅਧਿਆਤਮ ਦੀ ਗੱਲ ਨਾ ਹੋਣ ਕੇ ਦੇਹੀ ਵਾਲੀ ਜਿਹੜੀ ਗੱਲ ਸੀ ਉਹ ਹੁਣ ਖਤਮ ਹੋ ਗਈ ਹੈ। ਨਾਮ ਸਿਮਰਨ ਦੀ ਬਰਕਤ ਦੇ ਨਾਲ ਕਬੀਰ ਸਾਹਿਬ ਨੇ ਮੇਰੇ ਜੀਵਨ 'ਚ ਇਹ ਤਬਦੀਲੀ ਆ ਗਈ ਹੈ। ਫਿਰ ਕਹਿਣ ਲੱਗੇ ਗਗਨ ਨਗਰ ਇੱਕ ਬੂੰਦ ਨਾ ਵਰਖੈ, ਨਾਦ ਕਹਾਂ ਜੂ ਸਮਾਨਾ। ਆਖਣ ਲੱਗੇ ਹੇ ਬਾਬਾ, ਕਹਿੰਦੇ ਸਰੀਰ ਮੋਹ ਆਦਿਕ ਦਾ ਉਹ ਰੋਲਾ ਗੋਲਾ ਹੁਣ ਕਿੱਥੇ ਚਲਾ ਗਿਆ, ਜੋ ਹਰ ਵੇਲੇ ਤੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ। ਅਤੇ ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਵੀ ਨਹੀਂ ਫੁਰਦਾ। ਗਗਨ ਦਾ ਅਰਥ ਹੁੰਦਾ ਹੈ ਆਕਾਸ਼, ਚਿੱਤ ਰੂਪ ਆਕਾਸ਼, ਦਿਮਾਗ ਰੂਪ ਦਸਵਾਂ ਦੁਆਰ। ਗਗਨ ਨਗਰ ਇੱਕ ਬੂੰਦ ਨਾ ਵਰਖੈ। ਪਹਿਲਾਂ ਕੀ ਸੀ ਕਿ ਸਾਡੇ ਦਿਮਾਗ ਵਿੱਚ ਮਾਇਆ ਦੀਆਂ ਗੱਲਾਂ ਚੱਲਦੀਆਂ ਸਨ, ਮਾਇਆ ਵਿੱਚ ਹੀ ਫਸੇ ਰਹਿੰਦੇ ਸਨ। ਅਤੇ ਹੁਣ ਉਹ ਮਾਇਆ ਦੀਆਂ ਬੂੰਦ ਦਾ ਅਰਥ ਹੈ ਕਿ ਇੱਕ ਵੀ ਫੁਰਨਾ ਨਹੀਂ ਉੱਠਦਾ। ਹੁਣ ਪਹਿਲੇ ਸਾਡੇ ਦਿਮਾਗ ਦੇ ਅੰਦਰ ਦਸਮ ਦੁਆਰ ਦੇ ਵਿੱਚ ਸਾਡੀ ਮਤ ਦੇ ਅੰਦਰ ਮਾਇਆ ਦਾ ਹੀ ਰੋਲਾ ਗੋਲਾ ਚੱਲਦਾ ਰਹਿੰਦਾ ਸੀ। ਗਗਨ ਨਗਰ ਇੱਕ ਬੂੰਦ ਨਾ ਵਰਖੈ। ਹੁਣ ਇੱਕ ਵੀ ਬੂੰਦ, ਇੱਕ ਵੀ ਫੁਰਨਾ ਅੰਦਰ ਨਹੀਂ ਪੈਦਾ ਹੁੰਦਾ। ਅਤੇ ਕੀ ਹੋਇਆ, ਨਾਦ ਕਹਾਂ ਜੋ ਸਮਾਨਾ। ਕਹਿੰਦੇ ਨੇ ਉਹ ਸਰੀਰਕ ਮੋਹ ਰੂਪੀ ਜਿਹੜਾ ਨਾਦ ਸੀ ਨਾ, ਫੁਰਨਾ ਸੀ, ਕਹਿੰਦੇ ਉਹ ਕਿੱਥੇ ਜਾ ਕੇ ਸਮਾ ਗਿਆ ਹੈ। ਆਓ ਕਿ ਜੀਵਨ 'ਚੋਂ ਜਿਹੜਾ ਮਾਇਆ ਵਾਲੇ ਫੁਰਨੇ ਜਿਹੜੇ ਨੇ ਉਹ ਅਲੋਪ ਹੋ ਗਏ ਹਨ। ਹੁਣ ਪ੍ਰਭੂ ਦੀ ਯਾਦ ਜਿਹੜੀ ਹੈ ਉਹ ਹਿਰਦੇ ਵਿੱਚ ਵਸ ਗਈ ਹੈ। ਫਿਰ ਕਹਿਣ ਲੱਗੇ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨਾ। ਪਾਰ ਬ੍ਰਹਮ ਇੱਥੇ ਪਰਮਾਤਮਾ ਲਈ ਹੈ, ਪਰਮੇਸ਼ਰ ਪਰਮਾਤਮਾ ਲਈ ਹੈ, ਮਾਧੋ ਵੀ ਮਾਇਆ ਦੇ ਪ੍ਰਤੀ ਪਰਮਾਤਮਾ ਵਾਸਤੇ ਹੈ, ਪਰਮ ਹੰਸ ਵੀ ਇੱਥੇ ਅੱਖਰ ਪਰਮਾਤਮਾ ਲਈ ਹੈ। ਸਭ ਤੋਂ ਉੱਚਾ ਹੰਸ, ਸਭ ਤੋਂ ਉੱਚਾ ਪਵਿੱਤਰ ਆਤਮਾ ਜੋ ਪਰਮਾਤਮਾ ਦਾ ਸਰੂਪ ਹੈ। ਕਹਾਂ ਲੈ ਸਿਧਾਨਾ। ਕਹਿੰਦੇ ਨੇ ਹੇ ਪਾਰ ਬ੍ਰਹਮ ਪਰਮੇਸ਼ਰ, ਹੇ ਮਾਧੋ, ਹੇ ਪਰਮ ਹੰਸ, ਜਿਸ ਨੇ ਮਨ ਦੇ ਇਹ ਸਾਰੇ ਮਾਇਕ ਸੋਰ ਨਾਸ ਕਰ ਦਿੱਤੇ ਹਨ। ਸਿਧਾਨਾ ਦਾ ਅਰਥ ਹੈ ਮਨ ਵਿੱਚੋਂ ਚਲੇ ਗਏ ਹਨ, ਛੱਡ ਕੇ ਚਲੇ ਗਏ ਹਨ, ਇੱਥੋਂ ਸਿਧਾਰ ਗਏ ਹਨ। ਸਰੀਰ ਦੀ ਗੱਲ ਨਹੀਂ ਚੱਲ ਰਹੀ ਵੀ ਇਹ ਸਰੀਰ ਚਲਾ ਗਿਆ, ਇੱਥੇ ਗੱਲ ਚੱਲ ਰਹੀ ਹੈ ਵੀ ਜਿਹੜੇ ਅੰਦਰ ਫੁਰਨੇ ਚੱਲ ਰਹੇ ਸਨ, ਮਾਇਆ ਦੇ ਮਤ ਦੇ ਵਿੱਚ ਜਿਹੜੇ ਬੋਲ ਬੁਲਾਰੇ ਚੱਲ ਰਹੇ ਸਨ, ਉਹ ਸਾਰੇ ਮਤ ਵਿੱਚੋਂ ਚਲੇ ਗਏ ਹਨ। ਕਦੋਂ? ਜਦੋਂ ਪਰਮਾਤਮਾ ਨੂੰ ਯਾਦ ਕੀਤਾ, ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਉਹ ਸਾਰੇ ਚਲੇ ਗਏ। ਫਿਰ ਕਹਿਣ ਲੱਗੇ ਬਜਾਵਨ ਹਾਰੋ ਕਹਾਂ ਗਇਓ ਜਿਨ ਇਹ ਮੰਦਰ ਕੀਨਾ। ਆਖਣ ਲੱਗੇ ਸਰੀਰ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ। ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰ ਮੋਹ ਦੀ ਇਹ ਢੋਲਕੀ ਵਜਾਈ ਹੋਈ ਸੀ। ਆਓ ਕਿ ਇਹ ਮਨ ਕੀ ਕਰ ਰਿਹਾ? ਮਨ ਹੀ ਤਾਂ ਸਾਡੇ ਅੰਦਰ ਰੋਲਾ ਕੋਲਾ ਕਰ ਰਿਹਾ।
जो साडे अंदर फुरने उठ रहे ने, जो साडा अंदर मन है, वो मन जदों संसार के ख्यालों में डुबदा है तो अंदर जो वो सानू नचांदा है। मन ही तो कहता भी तेरे कोल भी जे तेरे नाल कोई बड़ी कार निकली है तो उस वेले मन कहता है तेरे कोल भी ये होनी चाहिए। जे चंगे कपड़े पाए ने, मन कहता तेरे कोल भी चंगे कपड़े होने चाहिए ने। मन कहता तेरे कोल किसी का बड़ा मकान वेखे, तेरे कोल भी बड़ा मकान होना चाहिए। तो वो मन अंदर रोला पाता है। कौन रोला पा रहा साडे अंदर? मन रोला पा रहा। भगत कबीर साहब जी कहन लगे हुण तां वो मन ही नहीं रहा जिसने शरीर मोह दी ये ढोलकी बजाई बनाई हुई सी। बजावन हारो जिहड़ा बजा रहा सी इस शरीर नूं, जिन ये मंदर की ना, जिसने ये शरीरक मोह की ढोलकी बजाई हुई सी, इसनूं हर वेले तंग करदा सी। कहंदे कबीर साहब वो हुण कित्थे चले गए? साखी शब्द सुरत नहीं उपजै, खिंच तेज सब लीना। आखन लगे हुण कहंदे परमात्मा दे नाल जुड़ के मन का वो पहला तेज प्रताप जो सी वो खिंच लिया गया। तेज खिंच सब लीना। एक गल याद रखियो, साडा जिहड़ा मन है उसका अपना बड़ा तेज प्रताप है। ए मन शक्ति, ए मन सीओ, ए मन पंच तत्त को जियो है। ये बड़ा डाडा जे। ये मन जिस पासे लग जाएगा उस पासे थानू कामयाब कर सकता है। जे माड़े कामां लग गया तो थानू डोब देगा। जे मन चंगे कामां लग गया तो थानू बहुत बड़ा भी बना सकता, रब बना सकता। मन विच एडी ताकत है। इस करके कबीर साहब कहन लगे, कहंदे परमात्मा ने किरपा की, परमात्मा परमेश्वर ने मन का वो पहला तेज प्रताप जिहड़ा सी ना खिंच लिया। जिस माधो नाल जुड़े, परमेश्वर नाल सांझ बनी, उसका सिमरन किया, उसदे चरनी पए, ताकि सी कि मन का जिहड़ा तेज प्रताप सी, जिहड़ा कि हर वेले माड़े पासे लै जांदा सी, जिहड़ा मन खोता बन के सानू अपने पिछे तोरी जा रहा सी, जिन्होंने मालक ने मन खुट हर तेरा नहीं विसास, तू महा उदमादा खरका पैकर तो छुटै जो ऊपर लादा। भगत कबीर साहब कहते ये हुण खोता मन का जिहड़ा वो प्रभाव सी वो खिंच लिया। तो मन में हुण पहला वाली गल, पहला वाला बोल, पहला वाला फुरना किते भी पैदा नहीं हुंदा। साखी शब्द सुरत नहीं उपजा। हुण कोई साखी, कोई शब्द, कोई सुरत दे विच कहंदे कोई ख्याल हुण पैदा ही नहीं हुंदा, क्योंकि इस मन का तेज प्रताप कहंदे मेरे प्रभु ने खिंच लिया। उसदे सिमरन की बरकत दे नाल मेरे अंदरों ये माया के फुरने उठने बंद हो गए। ये सौखा काम नहीं है। मैं शब्द नूं अज दिन च कई बारी सोचा भी इस शब्द दे विच जिहड़ियां गल्लां कबीर साहब ने कीतियां, ये अंदर नूं टिकाना, अपने फुरना नूं काबू विच करना, अपनियां वासनावां नूं टिकाना, ये सौखा काम नहीं है। ये तो परमेश्वर पार ब्रह्म परमहंस वो माधो अकाल पुरख वाहिगुरू किरपा करे, उसके सिमरन की बरकत के नाल ये मन टिक सकता है। ये माया दियाँ साखियाँ, माया रूपी शब्द, ये सुरत दे विच जिहड़े चलते रहंदे ने, ये फुरने जिहड़े साडे अंदर चलते रहंदे ने, ये प्रताप जी परमात्मा किरपा करे मन दे तेज प्रताप नूं, माया वाले प्रताप नूं खिंच लवे, तां ही ये शब्द बंद हो सकते हैं जिहड़े साडे अंदर माया दे फुरने हैं। नहीं तो असीं तां पाठ करते हुए भी माया दे विच रहिंदे हाँ, गुरुद्वारे बैठे भी सानू माया दीयां गल्लां, रूप रंग वासनावां उस पासे साडा ख्याल जाता है। इत्थे आके भी असीं टिक नहीं पाते, इत्थे आके भी एकाग्र नहीं हो पाते, क्योंकि माया अपना प्रभाव पाउंदी है। इस करके भगत कबीर साहब जी आखन लगे, कहंदे हुण वो जिहड़ा मन सी, जिहड़ा कि अंदर नूं बजा रहा सी, मन ने ढोलकी बनाई हुई सी, अंदर जिवें आवाज़ कर रहा सी, वो आवाज़ हुण बंद हो गई। फिर कहन लगे, कहंदे सरवन विकल पहे संग तेरे, इंद्री का बल थाका। कि हे बाबा, हे भाई, कहंदे तेरे वो कन्न कित्थे गए? सरवण कहंदे ने कन्नां नूं, विकल पहे संग तेरे, जो पहला शरीरक मोह विच फसे हुए सन, वो अकल कित्थे गई?
ਜਿਹੜੀ ਤੇਰੀ ਅਕਲ ਪਹਿਲਾਂ ਸੀ, ਪਹਿਲੀ ਵਾਲੀ ਅਕਲ ਉਹ ਕਿੱਥੇ ਗਈ? ਪਾਓ ਕਿ ਜਿਹੜੀ ਚੀਜ਼ ਤੈਨੂੰ ਪਹਿਲਾਂ ਵਿਆਕੁਲ ਕਰ ਰਹੀ ਸੀ, ਜਿਹੜੇ ਮੋਹ ਵਿੱਚ ਤੈਨੂੰ ਫਸਾਇਆ ਹੋਇਆ ਸੀ, ਉਹ ਕੰਨ ਜਿਹੜੇ ਹਰ ਵੇਲੇ ਸੰਸਾਰ ਦੀਆਂ ਗੱਲਾਂ ਸੁਣਦੇ ਸਨ। ਇਹ ਗੱਲ ਯਾਦ ਰੱਖਣਾ, ਮਨੁੱਖ ਦੇ ਜਿਹੜੇ ਕੰਨ ਨੇ ਜਿਤਨੇ ਸੰਸਾਰੀ ਗੱਲਾਂ ਨੂੰ ਧਿਆਨ ਨਾਲ ਸੁਣਦੇ ਨੇ, ਰੱਬੀ ਸ਼ਬਦ ਨੂੰ, ਰੂਹਾਨੀਅਤ ਨੂੰ ਉਤਨੇ ਧਿਆਨ ਨਾਲ ਨਹੀਂ ਸੁਣਦੇ। ਕੋਈ ਨਿੰਦਾ ਕਰਦਾ ਹੋਵੇ ਨਾ, ਇੱਕ ਵੀ ਗੱਲ ਮਨੁੱਖ ਦੇ ਕੰਨ ਤੋਂ ਪਾਸੇ ਨਹੀਂ ਹੋ ਸਕਦੀ। ਜੇ ਕਿਤੇ ਉਹਦਾ ਧਿਆਨ ਟੁੱਟ ਵੀ ਜਾਏ ਤਾਂ ਫਿਰ ਕਹਿੰਦਾ ਦੱਸੋ ਕੀ ਦੱਸਿਆ ਸੀ ਤੁਸੀਂ, ਕੋਈ ਗੱਲ ਕਰ ਰਹੇ ਸੀ। ਪਰ ਕੋਈ ਗੁਰਬਾਣੀ ਦੀ ਕਥਾ ਕਰ ਰਿਹਾ ਹੋਵੇ, ਕੋਈ ਸ਼ਬਦ ਚੱਲ ਰਿਹਾ ਹੋਵੇ, ਕੋਈ ਵਿਚਾਰ ਚੱਲ ਰਹੀ ਹੋਵੇ, ਬੰਦਾ ਕਦੀ ਨਹੀਂ ਕਹਿੰਦਾ ਵੀ ਮੈਨੂੰ ਸਮਝ ਨਹੀਂ, ਦੁਬਾਰਾ ਦੱਸੋ ਕੀ ਕਿਹਾ ਸੀ। ਅਰਥ ਬੜਾ ਸਪਸ਼ਟ ਹੈ ਕਿ ਜਿਹੜੇ ਸਾਡੇ ਕੰਨ ਨੇ ਇਹ ਦੁਨਿਆਵੀ ਚੀਜ਼ਾਂ ਨੂੰ ਬੜੇ ਧਿਆਨ ਨਾਲ ਸੁਣਦੇ। ਇਹਦੀ ਨਿੰਦਾ ਹੋ ਰਹੀ ਹੋਵੇ, ਸੰਸਾਰ ਦੀਆਂ ਗੱਲਾਂ ਚੱਲ ਰਹੀਆਂ ਹੋਣ, ਵਿਕਾਰਾਂ ਦੀਆਂ ਗੱਲਾਂ ਚੱਲ ਰਹੀਆਂ ਹੋਣ, ਕਿਸੇ ਬੰਦੇ ਦੀ ਬੁਰਾਈ ਚੱਲ ਰਹੀ ਹੋਵੇ, ਇਹ ਕੰਨ ਬੜੇ ਧਿਆਨ ਨਾਲ ਸੁਣਦੇ ਨੇ। ਇੱਕ ਵੀ ਸ਼ਬਦ ਆਸੇ ਪਾਸੇ ਨਹੀਂ ਹੁੰਦਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਉਹ ਜਿਹੜਾ ਮਨ ਦੇ ਅੰਦਰ ਜਿਹੜੇ ਇਹ ਕੰਨ ਸਨ, ਔਰ ਕੰਨਾਂ ਦੇ ਅੰਦਰ ਜਿਹੜੇ ਇਹ ਫੁਰਨੇ ਚੱਲ ਰਹੇ ਸਨ, ਇਹ ਮਾਇਕ ਮੋਹ ਦੇ ਜਿਹੜੀ ਗੱਲਾਂ ਚੱਲ ਰਹੀਆਂ ਸਨ, ਜਿਸ ਦੇ ਵਿੱਚ ਇਹ ਵਿਆਕੁਲ ਰਹਿੰਦੇ ਸਨ। ਵਿਕਲ ਦਾ ਅਰਥ ਹੁੰਦਾ ਵਿਆਕੁਲ। ਸਰਵਣ ਵਿਕਲ ਪਹੇ ਸੰਗ ਤੇਰੇ, ਇਹ ਕੰਨ ਬੜੇ ਵਿਆਕੁਲ ਰਹਿੰਦੇ ਸਨ। ਕਿਉਂ? ਕਿਉਂਕਿ ਇਹ ਜੋ ਸੁਣਦੇ ਉਹਨੂੰ ਸਨ। ਜਦ ਤੱਕ ਇਸ ਦੇ ਕੰਨ ਵਿੱਚ ਕੋਈ ਨਿੰਦਾ, ਚੁਗਲੀ, ਵਿਕਾਰਾਂ ਦੀਆਂ ਗੱਲਾਂ ਨਾ ਪੈਣ, ਉਹਨਾਂ ਚਿਰ ਇਹ ਕੰਨ ਸ਼ਾਂਤ ਨਹੀਂ ਸੀ ਹੁੰਦੇ। ਕਹਿਣ ਲੱਗੇ ਇੰਦਰੀ ਕਾ ਬਲ ਥਾਕਾ, ਤੇਰੀ ਕਾਮ ਚੇਸ਼ਟਾ ਦਾ ਜਿਹੜਾ ਰੋਗ ਸੀ, ਉਹ ਵੀ ਕਾਮ ਚੇਸ਼ਟਾ ਜਿਹੜੇ ਤੇਰੇ ਅੰਦਰ ਸੀ, ਵਾਸਨਾਵਾਂ ਸਨ, ਉਹਦਾ ਵੀ ਬਲ ਥੱਕ ਗਿਆ। ਪਾਓ ਕਿ ਉਹ ਵੀ ਤੇਰੇ ਅੰਦਰ ਖਤਮ ਹੋ ਗਈ। ਕਹਿੰਦੇ ਚਰਨ ਰਹੇ ਕਰ ਢਰਕ ਭਰੇ ਹੈ, ਮੁਖੋ ਨਾ ਨਿਕਸੈ ਬਾਤਾ। ਆਖਣ ਲੱਗੇ ਕਬੀਰ ਸਾਹਿਬ, ਕਹਿੰਦੇ ਤੇਰੇ ਨਾ ਹੁਣ ਉਹ ਕਹਿੰਦੇ ਚਰਨ ਰਹੇ ਹਨ, ਨਾ ਉਹ ਹੱਥ ਹਨ। ਪਾਓ ਕਿ ਤੇਰੇ ਚਰਨ ਵੀ ਨਹੀਂ ਰਹੇ, ਔਰ ਕਰ ਕਹਿੰਦੇ ਨੇ ਹੱਥ ਨੂੰ। ਚਰਨ ਰਹੇ ਕਰ, ਕਰ ਦਾ ਅਰਥ ਹੈ ਹੱਥ। ਢਰਕ ਭਰੇ ਹੈ, ਪਾਓ ਕਿ ਤੇਰੇ ਨਾ ਉਹ ਕੰਨ ਹਨ, ਨਾ ਉਹ ਹੱਥ ਹਨ ਜੋ ਦੇਹ ਅਧਿਆਸ ਦੀ ਦੌੜ ਵਿੱਚ ਰਹਿੰਦੇ ਸਨ। ਸਾਡੇ ਹੱਥ ਵੀ ਤਾਂ ਸੰਸਾਰ ਵਾਲੇ ਪਾਸੇ ਨੂੰ ਭੱਜਦੇ, ਸਾਡੇ ਪੈਰ ਵੀ ਜਿਤਨਾ ਛੇਤੀ ਮਨੁੱਖ ਠੇਕੇ ਵੱਲ ਜਾਂਦਾ ਹੈ ਗੁਸਤਾਖੀ ਮਾਫ਼ ਕਰਨਾ, ਉਤਨਾ ਗੁਰਦੁਆਰੇ ਵੱਲ ਨੂੰ ਨਹੀਂ ਤੁਰਦਾ। ਸ਼ਾਮ ਦਾ ਵਕਤ ਹੋਵੇ ਤੇ ਬੰਦਾ ਉਹੀ ਆਏਗਾ ਜਿਹਨੇ ਆਪਣੇ ਮਨ ਨੂੰ ਪੱਕਾ ਕਰ ਲਿਆ ਵੀ ਮੈਂ ਗੁਰਦੁਆਰੇ ਜਾਣਾ। ਨਹੀਂ ਤਾਂ ਬਹੁਤੇ ਲੋਕ ਸ਼ਾਮ ਦਾ ਵਕਤ ਹੁੰਦਾ ਠੇਕਾਂ ਵਿੱਚ ਲਾਈਨਾਂ 'ਤੇ ਜਾ ਕੇ ਲੱਗਦੇ ਨੇ, ਜੇਬ ਵੀ ਖਾਲੀ ਕਰਦੇ ਨੇ ਆਪਣੀ, ਅਤੇ ਨਾਲ ਜਾ ਕੇ ਆਪਣੇ ਪਰਿਵਾਰ ਨੂੰ ਆ ਕੇ ਦੁੱਖ ਦਿੰਦੇ ਨੇ, ਆਪਣੇ ਜੀਵਨ ਨੂੰ ਬਰਬਾਦ ਕਰਦੇ ਹਨ। ਪਰ ਉਹਨਾਂ ਦਾ ਧਿਆਨ ਬਹੁਤਾ ਉਸ ਪਾਸੇ ਹੈ, ਉਹਨਾਂ ਦੇ ਚਰਨ ਉਸ ਪਾਸੇ ਹੀ ਤੁਰਦੇ ਹਨ। ਪਰ ਕਬੀਰ ਸਾਹਿਬ ਕਹਿੰਦੇ ਨੇ ਹੁਣ ਉਹ ਪੈਰ ਜਿਹੜੇ ਕਿ ਦੂਜੇ ਪਾਸੇ ਜਾਂਦੇ ਸਨ, ਹੁਣ ਉਹ ਪੈਰ ਵੀ ਨਹੀਂ ਰਹੇ, ਹੁਣ ਉਹ ਹੱਥ ਵੀ ਨਹੀਂ ਰਹੇ, ਕਿਉਂਕਿ ਦੇਹ ਅਧਿਆਸ ਦੀ ਦੌੜ ਭੱਜ ਵਿੱਚ ਜਿਹੜੇ ਰਹਿੰਦੇ ਸਨ, ਉਹ ਦੇਹ ਅਧਿਆਸ ਹੀ ਖਤਮ ਹੋ ਗਿਆ, ਦੇਹ ਦੀ ਪਕੜ ਹੀ ਖਤਮ ਹੋ ਗਈ। ਚਰਨ ਰਹੇ ਕਰ ਢਰਕ ਭਰੇ ਹੈ, ਮੁਖੋਂ ਨਾ ਨਿਕਸੈ ਬਾਤਾ। ਅਤੇ ਹੁਣ ਮੁਖੋਂ ਵੀ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ। ਪਹਿਲਾਂ ਜਦੋਂ ਵੀ ਬੰਦਾ ਗੱਲ ਕਰਦਾ ਸੀ ਸਰੀਰਕ ਮੋਹ ਦੀਆਂ ਗੱਲਾਂ ਕਰਦਾ ਸੀ, ਹਰ ਵੇਲੇ ਮਾਇਆ ਦੀਆਂ ਹੀ ਗੱਲਾਂ ਕਰਦਾ ਸੀ। ਕਿਤੇ ਬੈਠੋ ਦੇਖੋ ਹਰ ਵੇਲੇ ਮਾਇਆ ਦੀਆਂ ਗੱਲਾਂ ਚੱਲਦੀਆਂ। ਭਗਤ ਕਬੀਰ ਸਾਹਿਬ ਕਹਿੰਦੇ ਉਹ ਮਾਇਆ ਦੀਆਂ ਗੱਲਾਂ ਹੁਣ ਕਿੱਥੇ ਚਲੀ ਗਈਆਂ? ਜਿਹੜਾ ਪਹਿਲਾਂ ਹਰ ਵੇਲੇ ਹੀ ਮਾਇਆ ਦੀਆਂ ਗੱਲਾਂ ਚੱਲਦੀਆਂ ਸਨ, ਉਹ ਵੀ ਕਹਿੰਦੇ ਖਤਮ ਹੋ ਗਈਆਂ। ਮੁਖ ਤੋਂ ਹੁਣ ਉਹ ਬਾਤਾਂ, ਉਹ ਗੱਲਾਂ ਹੁਣ ਨਿਕਲਦੀਆਂ ਨਹੀਂ ਹਨ। ਕਈ ਬੰਦਿਆਂ ਕੋਲ ਖੜੋਗੇ, ਉਹ ਹਰ ਵੇਲੇ ਆਪਣੇ ਦੁੱਖ ਤਕਲੀਫ, ਆਪਣੀ ਮਾਇਆ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਨੇ, ਧਨ ਦੀਆਂ ਗੱਲਾਂ ਕਰਦੇ ਰਹਿਣਗੇ। ਉਹ ਕਦੀ ਧਰਮ ਦੀ ਬਾਤ, ਧਰਮ ਦੀ ਗੱਲ ਨਹੀਂ ਕਰਦੇ। ਭਗਤ ਕਬੀਰ ਸਾਹਿਬ ਕਹਿੰਦੇ ਹੁਣ ਉਹ ਤੇਰੇ ਅੰਦਰ ਜੋ ਮਾਇਆ ਦੀਆਂ ਗੱਲਾਂ ਸਨ, ਹੁਣ ਉਹ ਕਿੱਥੇ ਚਲੀ ਗਈਆਂ? ਇਹਦਾ ਅਰਥ ਇਹ ਨਹੀਂ ਮੁਖੋਂ ਨਾ ਨਿਕਸੈ ਬਾਤਾਂ ਵੀ ਬੰਦਾ ਮਰ ਗਿਆ ਹੁਣ, ਅਤੇ ਹੁਣ ਮੁਖ ਤੋਂ ਬਾਤਾਂ ਕਰਦਾ ਸੀ, ਉਹ ਬਾਤਾਂ ਖਤਮ ਹੋ ਗਈਆਂ, ਹੁਣ ਮੁਖ ਤੋਂ ਤੇਰੇ ਗੱਲਾਂ ਨਿਕਲ ਰਹੀਆਂ, ਅਸੀਂ ਰੋਈ ਜਾਂਦੇ ਫਿਰ ਸੁਣ ਸੁਣ ਕੇ ਸ਼ਬਦ ਵੀ ਹੁਣ ਤਾਂ ਬੋਲ ਨਹੀਂ ਰਿਹਾ ਬਾਬਾ ਸਾਡਾ, ਹੁਣ ਤਾਂ ਸ਼ਮਸ਼ਾਨ ਘਾਟ ਵਿੱਚ ਸਾੜ ਕੇ ਆ ਗਏ ਅਸੀਂ, ਹੁਣ ਤਾਂ ਅੱਜ ਉਹਨਾਂ ਦਾ ਉਠਾਲਾ ਹੋ ਰਿਹਾ, ਉਠਾਲੇ 'ਤੇ ਸ਼ਬਦ ਪੜ੍ਹਿਆ ਜਾ ਰਿਹਾ, ਅਸੀਂ ਅੱਖਾਂ ਵਿੱਚ ਫੁੱਟ ਫੁੱਟ ਕੇ ਰੋ ਰਹੇ ਹਾਂ ਵੀ ਬਾਬਾ ਜੀ ਤੁਸੀਂ ਸਾਡੇ ਨਾਲ ਮੁਖ ਤੋਂ ਬੋਲਦੇ ਸੀ, ਹੁਣ ਤਾਂ ਤੁਸੀਂ ਬੋਲਦੇ ਵੀ ਨਹੀਂ ਪਏ। ਇਹ ਅਰਥ ਨਹੀਂ ਹਨ ਇਸਦੇ। ਆਓ ਕਿ ਇੱਥੇ ਸਮਝਾਉਣਾ ਚਾਹ ਰਹੇ ਨੇ ਵੀ ਤੇਰੇ ਅੰਦਰ ਜਿਹੜੇ ਮਾਇਆ ਦੀਆਂ ਗੱਲਾਂ ਚੱਲਦੀਆਂ ਸਨ, ਇਹ ਜਿਉਂਦੇ ਜੀ ਦੇ ਨਾਲ ਜੁੜਿਆ ਹੋਇਆ ਸ਼ਬਦ ਹੈ, ਮਰਨ ਤੋਂ ਬਾਅਦ ਨਹੀਂ।
ਇਹ ਮੁਖ ਦੀਆਂ ਬਾਤਾਂ ਜਿਉਂਦੇ ਜੀ ਰੁਕਣਗੀਆਂ, ਦੇਹ ਅਧਿਆਸ ਜਿਉਂਦੇ ਜੀ ਖਤਮ ਹੋਵੇਗਾ, ਇਹ ਵਾਸਨਾਵਾਂ ਜਿਉਂਦੇ ਜੀਆਂ ਖਤਮ ਹੋਣਗੀਆਂ ਤਾਂ ਅਸੀਂ ਮੁਕਤ ਹੋ ਸਕਦੇ ਹਾਂ। ਨਹੀਂ ਤਾਂ ਮਹਾਰਾਜ ਦੀ ਬਾਣੀ ਕਹਿੰਦੀ ਮਰਨ ਮੁਕਤ ਕਿਨ ਪਾਈ, ਕਹਿ ਵੇਣੀ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਜੇ ਮਰਨ ਤੋਂ ਬਾਅਦ ਮੁਕਤੀ ਦਿੱਤੀ ਨਾ ਤੇ ਮੁਕਤੀ ਦੇਖਣੀ ਕਿਨੇ? ਗੁਰਮਤਿ ਦਾ ਕਨਸੈਪਟ ਜਿਹੜਾ ਮੁਕਤੀ ਦਾ ਹੈ ਉਹ ਹੈ ਜਿਉਂਦੇ ਜੀ। ਇੱਥੋਂ ਮਰਨ ਤੋਂ ਬਾਅਦ ਕੋਈ ਮੁਕਤੀ ਦੀ ਗੱਲ ਨਹੀਂ, ਮਰਨ ਤੋਂ ਬਾਅਦ ਕੋਈ ਖੁਆਇਸ਼ ਨਹੀਂ ਕਿ ਮੈਨੂੰ ਸਵਰਗ ਦੀ ਪ੍ਰਾਪਤੀ ਹੋਵੇ। ਇੱਥੇ ਜਿਉਂਦੇ ਜੀ ਸਵੈਮ ਵਰਗਾ ਵਰਗ ਬਣਾਉਣਾ, ਜੋ ਪਿਛਲੇ ਸ਼ਬਦ ਵਿੱਚ ਅਸੀਂ ਵਿਚਾਰ ਰਹੇ ਸਾਂ। ਸਵੈਮ ਵਰਗਾ ਵਰਗ ਕਦੋਂ ਬਣੇਗਾ? ਜਦੋਂ ਅਸੀਂ ਸਾਰੇ ਗੁਰੂ ਨਾਲ ਜੁੜ ਜਾਵਾਂਗੇ, ਜਦੋਂ ਗੁਰੂ ਦੀ ਵਿਚਾਰਧਾਰਾ ਸਾਡੇ ਕੋਲ ਹੋਵੇਗੀ, ਅਸੀਂ ਸਾਰੇ ਇੱਕੋ ਜਿਹੇ ਹੋ ਜਾਵਾਂਗੇ। ਜਦ ਤੱਕ ਸਾਡੀ ਆਪੋ ਆਪਣੀਆਂ ਵਿਚਾਰਾਂ ਨੇ, ਅਸੀਂ ਇੱਕ ਦੂਜੇ ਨਾਲ ਨਹੀਂ ਜੁੜ ਸਕਦੇ, ਉਨਾ ਚਿਰ ਅਸੀਂ ਸਾਰੇ ਹੀ ਨਰਕ ਵਿੱਚ ਹਾਂ। ਪਰ ਜਦੋਂ ਅਸੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਾਰੇ ਫੋਲੋ ਕਰ ਲਵਾਂਗੇ, ਉਸ ਵਿਚਾਰਧਾਰਾ ਦੇ ਅਧੀਨ ਜੀਵਨ ਜੀਵਾਂਗੇ, ਤਾਂ ਅਸੀਂ ਸੱਚੀ ਮੁੱਚੀ ਸਵਰਗ ਵਿੱਚ ਹਾਂ। ਕਿਉਂਕਿ ਜਿੱਦਾਂ ਅਸੀਂ ਚਾਹ ਰਹੇ ਹਾਂ ਸਭ ਕੁਝ ਉੱਦਾਂ ਹੀ ਹੋ ਰਿਹਾ। ਅਤੇ ਇਹ ਉਦੋਂ ਹੀ ਹੋ ਸਕਦਾ ਜਦੋਂ ਕੋਈ ਗੁਰਮਤਿ ਦਾ ਧਾਰਨੀ ਬਣ ਸਕੇ। ਫਿਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਨੇ ਭ੍ਰਮ ਤੇ। ਆਖਣ ਲੱਗੇ ਕਾਮ ਆਦਿਕ ਤੇਰੇ ਪੰਜੇ ਹੀ ਵੈਰੀ ਹਾਰ ਚੁੱਕੇ ਹਨ। ਇਹ ਸਰੀਰ ਛੱਡਣ ਤੋਂ ਬਾਅਦ ਥੋੜ੍ਹੀ ਹਾਰਨਗੇ। ਜਦੋਂ ਤੇਰੇ ਕੋਲ ਸਰੀਰ ਹੈ, ਤੇਰੇ ਕੋਲ ਜੀਵਨ ਹੈ, ਜਦੋਂ ਤੱਕ ਤੂੰ ਜਿਉਂਦਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ ਜਿਹੜੇ ਕਾਮ ਆਦਿਕ ਇਹ ਪੰਜ ਵੈਰੀ ਸਨ, ਇਹ ਹੁਣ ਹਾਰ ਗਏ। ਇਹ ਗੱਲ ਯਾਦ ਰੱਖਿਓ, ਸਾਡੀ ਜ਼ਿੰਦਗੀ ਵਿੱਚ ਜਾਂ ਅਸੀਂ ਇਹਨਾਂ ਨੂੰ ਹਰਾ ਦਈਏ ਜਾਂ ਇਹਨਾਂ ਤੋਂ ਹਾਰ ਜਾਈਏ। ਤਕਰੀਬਨ ਲੋਕ ਇਹਨਾਂ ਕਾਮ ਆਦਿਕ ਵਿਕਾਰਾਂ ਤੋਂ ਹਾਰ ਮੰਨ ਜਾਂਦੇ ਨੇ। ਇਹਨਾਂ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੰਦੇ ਨੇ, ਆਪਣਾ ਯਤਨ ਸੁੱਟ ਦਿੰਦੇ ਨੇ ਕਿ ਹੁਣ ਜਿਵੇਂ ਚੱਲ ਰਿਹਾ ਵੀ ਉਸਦਾ ਹੀ ਚੱਲਣ ਦਿਓ, ਇਹ ਤਾਂ ਵਿਕਾਰਾਂ ਦੇ ਵਿੱਚ ਹੀ ਰਹਿਣਾ ਹੈ, ਵਿਕਾਰ ਹੀ ਕਮਾਣੇ ਨੇ, ਇਹੀ ਕੁਝ ਕਰਨਾ ਹੈ, ਸਾਡੇ ਕੋਲੋਂ ਕੁਝ ਨਹੀਂ ਹੁੰਦਾ। ਇੱਕ ਹੈ ਕਿ ਅਸੀਂ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਸਤਸੰਗਤ ਕਰਨੀ ਹੈ, ਉੱਦਮ ਕਰਨਾ ਹੈ, ਅਸੀਂ ਚੰਗੇ ਲੋਕਾਂ 'ਚ ਬਹਿਣਾ ਹੈ ਤਾਂ ਕਿ ਇਹ ਕਾਮ ਆਦਿਕ ਜਿਹੜੇ ਵਿਕਾਰ ਨੇ ਇਹ ਸਾਡੇ ਉੱਤੇ ਹਾਵੀ ਨਾ ਹੋ ਚੁੱਕਣ, ਅਸੀਂ ਜਿੱਤ ਜਾਈਏ। ਹਾਰ ਜਿੱਤ ਕਿਹਦੀ ਹੁੰਦੀ ਹੈ? ਜਿਹਦਾ ਕੋਚ ਚੰਗਾ ਹੋਵੇ। ਕੋਚ ਚੰਗਾ ਹੁੰਦਾ ਹਾਰੀ ਹੋਈ ਟੀਮ ਨੂੰ ਜਿਤਾ ਦਿੰਦਾ, ਕੋਚ ਮਾੜਾ ਹੋਵੇ ਜਿੱਤੀ ਹੋਈ ਟੀਮ ਵੀ ਹਾਰ ਜਾਂਦੀ। ਅਤੇ ਜਿਹਦਾ ਕੋਚ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਹੋਵੇ, ਉਹ ਇਹਨਾਂ ਵਿਕਾਰਾਂ ਤੋਂ ਹਾਰਿਆ ਹੋਇਆ ਮਨੁੱਖ ਵੀ ਗੁਰੂ ਸਾਹਿਬ ਦੀ ਅਗਵਾਈ ਵਿੱਚ ਜਿੱਤ ਸਕਦਾ ਹੈ। ਕਿਉਂਕਿ ਕੋਚ ਦਾ ਕੰਮ ਹੈ ਅਗਵਾਈ ਕਰਨੀ, ਦਿਸ਼ਾ ਨਿਰਦੇਸ਼ ਦੇਣੇ, ਸਮਝਾਉਣਾ, ਜੀਵਨ ਜੀਉਣ ਦਾ ਇਸ਼ਾਰਾ ਕਰਨਾ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸਾਨੂੰ ਗਾਈਡ ਕਰਦੀ ਹੈ। ਅਸੀਂ ਵਾਰ-ਵਾਰ ਭੁੱਲਾਂ ਕਰਦੇ ਹਾਂ। ਜਿਵੇਂ ਕੋਚ ਖਿਡਾਰੀ ਨੂੰ ਕਹਿੰਦਾ ਨਾ ਵੀ ਇਹ ਭੁੱਲ ਕੀਤੀ ਤੇ ਐਸੀ ਟੀਮ ਹਾਰ ਜਾਣੀ ਹੈ, ਇਸ ਤਰ੍ਹਾਂ ਗੁਰੂ ਮਹਾਰਾਜ ਵੀ ਕਹਿੰਦੇ ਨੇ ਕਿ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ। ਅਸੀਂ ਭੁੱਲ ਕਰਦੇ ਹਾਂ ਅਤੇ ਭੁੱਲਿਆਂ ਨੂੰ ਮਾਰਗ ਪਾਉਣ ਵਾਲਾ ਗੁਰੂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅਤੇ ਐਸਾ ਗੁਰ ਵੱਡੇ ਭਾਗਾਂ ਨਾਲ ਮਿਲਦਾ ਜਿਹੜਾ ਸਾਡੀ ਗਲਤੀਆਂ ਨੂੰ ਦੱਸ ਕੇ ਉਹਦੇ ਵਿੱਚ ਸੁਧਾਰ ਕਰ ਦੇਵੇ। ਉਹ ਕੋਚ ਤਾਂ ਬੜੇ ਮਿਲ ਜਾਣਗੇ ਤੁਹਾਨੂੰ ਜਿਹੜੇ ਕਹਿਣਗੇ ਠੀਕ ਹੈ, ਵਧੀਆ ਥਾਪੜਾ ਦੇ ਦੇਣਗੇ, ਵਧੀਆ ਬੱਲੇ ਬੱਲੇ ਹਾਰ ਰਹੀ ਹੈ ਟੀਮ, ਕੋਈ ਨਹੀਂ ਤੁਸੀਂ ਬਹੁਤ ਵਧੀਆ ਕਰ ਰਹੇ। ਪਰ ਕੋਈ ਗੁੱਸਾ ਕਰਨ ਵਾਲਾ ਕੋਚ, ਉਸਦੀ ਗਲਤੀ ਨੂੰ ਦਰਸਾਉਣ ਵਾਲਾ ਕੋਚ ਬੜਾ ਔਖਾ ਮਿਲਦਾ ਹੈ ਵੀ ਤੂੰ ਇੱਥੇ ਗਲਤੀ ਕਰ ਰਿਹਾ ਹੈ। ਉਸ ਕੋਚ ਤੋਂ ਲੋਕ ਬੜੇ ਤੰਗ ਰਹਿੰਦੇ ਨੇ ਜਿਹੜਾ ਕਿ ਗਲਤੀਆਂ ਨੂੰ ਦੱਸਦਾ ਹੈ। ਉਸ ਕੋਚ ਤੋਂ ਬੜੇ ਖੁਸ਼ ਹੁੰਦੇ ਲੋਕ ਜਿਹੜਾ ਕਹਿੰਦਾ ਥਾਪੜਾ ਦੇ ਕੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਟੀਮ ਹਾਰਦੀ ਹੈ, ਹਾਰ ਜਾਏ, ਪਰ ਉਹ ਕਹਿੰਦਾ ਰਹਿੰਦਾ ਤੁਸੀਂ ਸਾਰੇ ਵਧੀਆ ਹੋ। ਉਹ ਕਹਿੰਦੇ ਜੀ ਕੋਚ ਬੜਾ ਚੰਗਾ ਹੈ। ਉਸ ਕੋਚ ਨੂੰ ਕਹਿਣਗੇ ਤੇ ਜੀ ਕਮੀਆਂ ਹੀ ਕੱਢਦਾ ਰਹਿੰਦਾ ਹੈ, ਇਹ ਤਾਂ ਸਾਡੇ ਔਗੁਣ ਹੀ ਦੇਖਦਾ ਰਹਿੰਦਾ ਹੈ, ਸਾਨੂੰ ਇਹ ਹਰ ਵੇਲੇ ਕੁਝ ਨਾ ਕੁਝ ਕਹਿੰਦਾ ਰਹਿੰਦਾ। ਪਰ ਉਹ ਤਾਂ ਕਹਿ ਰਿਹਾ ਹੈ ਕਿਉਂਕਿ ਉਹ ਤੁਹਾਨੂੰ ਜਿਤਾਉਣਾ ਚਾਹੁੰਦਾ ਹੈ। ਅਸੀਂ ਉਹਦੇ ਨਾਲ ਹੀ ਜੁੜਦੇ ਹਾਂ ਜਿਹੜਾ ਕਿ ਸਾਨੂੰ ਹਰਾਉਣਾ ਚਾਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਹੁਣ ਕਾਮ ਆਦਿਕ ਜਿਹੜੇ ਵਿਕਾਰ ਸਨ ਉਹ ਵੈਰੀ ਜਿਹੜੇ ਨੇ ਉਸਦੇ ਸਿਮਰਨ ਦੀ ਬਰਕਤ ਦੇ ਨਾਲ ਹਾਰ ਗਏ ਨੇ। ਥਾਕੇ ਪੰਚ ਦੂਤ ਸਭ ਤਸਕਰ, ਇਹ ਜਿਹੜੇ ਚੋਰ ਸਨ ਇਹ ਸਾਰੇ ਕਹਿੰਦੇ ਹਾਰ ਗਏ। ਆਪ ਨੇ ਭਰਮ ਤੇ, ਕਿਉਂਕਿ ਇਹ ਸਾਰੇ ਜਿਹੜੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ। ਜਿਹੜੇ ਭਟਕ ਰਹੇ ਸਨ ਇਹ ਭਰਮ ਰਹੇ ਸਨ ਸਾਰੇ ਚੋਰ,
ਦੁਖੀ ਕਰ ਰਹੇ ਸਨ, ਇਹ ਹੁਣ ਭਟਕਣਾ ਖਤਮ ਹੋ ਗਈ ਜੀਵਨ 'ਚੋਂ। ਫਿਰ ਕਹਿਣ ਲੱਗੇ ਥਾਕਾ ਮਨ ਕੁੰਚਰ ਉਰ ਥਾਕਾ। ਕੁੰਚਰ ਕਹਿੰਦੇ ਹਾਥੀ ਨੂੰ, ਕਹਿੰਦੇ ਇਹ ਹਾਥੀ ਵਰਗਾ ਜਿਹੜਾ ਮਨ ਸੀ ਇਹ ਵੀ ਹੁਣ ਹਾਰ ਗਿਆ। ਅਤੇ ਨਾਲੇ ਉਰ ਥਾਕਾ, ਉਰ ਦਾ ਅਰਥ ਹੈ ਹਿਰਦਾ ਜਿਹੜਾ ਹੈ ਨਾ ਉਹ ਹੁਣ ਨਹੀਂ ਰਿਹਾ ਉਹ ਵਾਲਾ ਹਿਰਦਾ ਜਿਹੜਾ ਪਹਿਲਾਂ ਸੀ। ਅਤੇ ਅਗਲੇ ਵਚਨ ਕੀਤੇ ਤੇਜ ਸੋਧ ਧਰ ਰਮ ਤੇ, ਜਿਹੜਾ ਕਿ ਦੇਹ ਅਧਿਆਸ ਦੀ ਦੌੜ ਭੱਜ ਵਿੱਚ ਰਮਿਆ ਹੋਇਆ ਸੀ ਨਾ, ਉਹ ਵੀ ਸਾਰੀਆਂ ਚੀਜ਼ਾਂ ਜੀਵਨ 'ਚੋਂ ਖਤਮ ਹੋ ਗਈਆਂ ਹਨ। ਉਹ ਵੀ ਤੇਜ ਮਨ ਦਾ ਤੇਜ ਦਾ ਆਸਰਾ ਜੋ ਸੀ, ਜੋ ਪੰਜ ਵਿਕਾਰ ਲੈਂਦੇ ਸਨ, ਉਹ ਦੌੜ ਭੱਜ ਵੀ ਜੀਵਨ 'ਚੋਂ ਖਤਮ ਹੋ ਗਈ ਹੈ। ਕਹਿਣ ਲੱਗੇ ਮ੍ਰਿਤਕ ਪਹੇ ਦਸੈ ਬੰਧ ਛੂਟੇ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ ਹੁਣ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਦਸੇ ਹੀ ਇੰਦਰੇ ਸਰੀਰ ਮੋਹ ਵੱਲੋਂ ਮਰ ਚੁੱਕੇ ਹਨ। 10 ਇੰਦਰੇ, 5 ਗਿਆਨ ਇੰਦਰੇ, 5 ਕਰਮ ਇੰਦਰੇ, ਤੇਰੇ 10 ਇੰਦਰੇ ਨੇ ਹੁਣ ਇਹ 10 ਦੇ 10 ਇੰਦਰੇ ਸਰੀਰਕ ਮੋਹ ਵੱਲੋਂ ਮਰ ਚੁੱਕੇ ਹਨ। ਮ੍ਰਿਤਕ ਪਹੇ, ਮ੍ਰਿਤਕ ਦਾ ਅਰਥ ਮਰ ਚੁੱਕੇ ਨੇ। ਦਸੈ ਬੰਧ ਛੂਟੇ, 10 ਬੰਧ ਜਿਹੜੇ ਸਨ, 5 ਗਿਆਨ ਇੰਦਰੇ, 5 ਕਰਮ ਇੰਦਰੇ, ਇਹ ਦਸੇ ਦੇ ਦਸੇ ਜਿਹੜੇ ਨੇ ਨਾ ਹੁਣ ਮਰ ਚੁੱਕੇ ਹਨ। ਵਾਸਨਾਵਾਂ ਇਹਨਾਂ 'ਚੋਂ ਖਤਮ ਹੋ ਚੁੱਕੀਆਂ ਨੇ। ਅਤੇ ਕਹਿਣ ਲੱਗੇ ਅੱਗੇ ਕੀ ਹੋਇਆ, ਕਹਿੰਦੇ ਮਿੱਤਰ ਭਾਈ ਸਭ ਛੋਰੇ। ਆਖਣ ਲੱਗੇ ਹੁਣ ਜਿਨ੍ਹਾਂ ਨੇ ਆਸਾਵਾਂ ਅਤੇ ਤ੍ਰਿਸ਼ਨਾ ਰੂਪੀ ਸਾਰੇ ਮਿੱਤਰ ਸੱਜਣ ਛੱਡ ਦਿੱਤੇ ਹਨ। ਇਹ ਆਸਾਵਾਂ, ਇਹ ਤ੍ਰਿਸ਼ਨਾ ਸਾਡੇ ਮਿੱਤਰ ਸੱਜਣ ਨੇ, ਸਾਨੂੰ ਬੜੇ ਪਿਆਰੇ ਲੱਗਦੇ। ਜਿਵੇਂ ਸੰਸਾਰੀ ਮਿੱਤਰ ਸਾਨੂੰ ਪਿਆਰੇ ਲੱਗਦੇ, ਭਾਵੇਂ ਸਾਨੂੰ ਦੁੱਖ ਦੇਣ ਉਹ, ਭਾਵੇਂ ਸਾਡੀ ਜੜ੍ਹਾਂ ਵੱਢੀ ਜਾਣ, ਅਸੀਂ ਕਹਿੰਦੇ ਬਹੁਤ ਚੰਗੇ ਨੇ ਸਾਡੇ ਮਿੱਤਰ ਨੇ। ਭਾਵੇਂ ਸਾਨੂੰ ਨਸ਼ੇ ਵਿੱਚ ਗਲਤਾਨ ਕਰਦੇ ਨੇ, ਅਸੀਂ ਕਹਿੰਦੇ ਮਿੱਤਰ ਬੜੇ ਚੰਗੇ ਨੇ। ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਇਹ ਜਿਹੜੇ ਮਿੱਤਰ ਸਨ ਨਾ, ਤ੍ਰਿਸ਼ਨਾਵਾਂ, ਆਸਾਵਾਂ, ਇਹ ਸਾਰੇ ਮਿੱਤਰ ਜਿਹੜੇ ਨੇ ਹੁਣ ਛੱਡ ਕੇ ਜਾ ਚੁੱਕੇ ਨੇ। ਹੁਣ ਮੈਨੂੰ ਛੱਡ ਦਿੱਤਾ, ਪਾਓ ਇਹਨਾਂ ਤੋਂ ਖਲਾਸੀ ਹੋ ਗਈ। ਇਹਨਾਂ ਮਾੜੇ ਮਿੱਤਰਾਂ ਤੋਂ ਮੇਰਾ ਸੰਬੰਧ ਛੁੱਟ ਗਿਆ। ਹੁਣ ਕਰਦੇ ਕਹਿੰਦੇ ਵੀ ਮਾੜੇ ਮਿੱਤਰਾਂ ਨਾਲ ਨਾ ਬੈਠੋ, ਮਾੜੇ ਲੋਕਾਂ ਨਾਲ ਨਾ ਬੈਠੋ। ਕਿਉਂਕਿ ਮਾੜੇ ਕੋਲ ਮਾੜੀ ਹੀ ਵਿਚਾਰ ਹੁੰਦੀ ਹੈ ਅਤੇ ਮਾੜੀ ਵਿਚਾਰ ਬੰਦੇ ਨੂੰ ਡੋਬ ਦਿੰਦੀ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਹੁਣ ਇਹ ਜਿਹੜੇ ਮਿੱਤਰ ਸਨ ਨਾ, ਆਸਾਵਾਂ, ਤ੍ਰਿਸ਼ਨਾ, ਹੋਰ ਜਿਹੜੇ ਕਾਮ ਆਦਿਕ ਮਿੱਤਰ ਸਨ, ਇਹ ਸਾਰੇ ਸੱਜਣ ਮਿੱਤਰ ਹੁਣ ਛੱਡ ਦਿੱਤੇ ਹਨ। ਮੇਰੇ ਜੀਵਨ ਵਿੱਚ ਇਹ ਮਿੱਤਰ ਨਹੀਂ ਰਹੇ। ਮ੍ਰਿਤਕ ਪਹੇ ਦਸੈ ਬੰਧ ਛੂਟੇ, ਮਿੱਤਰ ਭਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਕਬੀਰ ਸਾਹਿਬ ਆਖਦੇ ਨੇ ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਜਿਉਂਦਿਆਂ ਹੀ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਇਸ ਤਰ੍ਹਾਂ ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ। ਕਿਰਤਕਾਰ ਕਰਦਿਆਂ, ਕੰਮ ਕਰਦਿਆਂ, ਸਮਾਜ ਵਿੱਚ ਰਹਿੰਦਿਆਂ, ਕਹਿੰਦੇ ਉਹ ਆਪਣਾ ਸੰਸਾਰ ਨਾਲੋਂ ਇਹ ਸੰਬੰਧ ਸਰੀਰਕ ਮੋਹ ਨੂੰ ਛੱਡ ਦਿੰਦਾ ਹੈ। ਇਹ ਬੰਧਨ ਸਾਰੇ ਉਸਦੇ ਟੁੱਟ ਜਾਂਦੇ ਹਨ। ਜੀਵਨ 'ਚ ਉਹਦੇ ਕੋਈ ਬੰਧਨ ਨਹੀਂ ਰਹਿੰਦਾ। ਸੋ ਗੁਰੂ ਪਿਆਰ ਵਾਲਿਓ, ਇਸ ਸ਼ਬਦ ਦੇ ਵਿੱਚ ਇਹ ਵਿਚਾਰਧਾਰਾ ਨਹੀਂ ਹੈ ਕਿ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ, ਇਹ ਕੋਈ ਪ੍ਰਾਣੀ ਸਾਡਾ ਘਰ ਦਾ ਮਰ ਗਿਆ ਅਤੇ ਉਸਦੇ ਪਰਥਾਏ ਇਹ ਸ਼ਬਦ ਨਹੀਂ। ਇਹ ਹੈ ਸਾਡੇ ਮਨ ਵਿੱਚ ਜੋ ਫੁਰਨੇ ਚੱਲ ਰਹੇ ਸਨ, ਮਾਇਕ ਖਿਆਲ ਚੱਲ ਰਹੇ ਸਨ, ਦੇਹ ਅਧਿਆਸ ਚੱਲ ਰਿਹਾ ਸੀ, ਉਸ ਜੀਵਨ ਵਿੱਚੋਂ ਹੁਣ ਖਤਮ ਹੋ ਗਿਆ। ਅਤੇ ਹੁਣ ਪਰਮਾਤਮਾ ਦੇ ਸਿਮਰਨ ਦੇ ਨਾਲ ਮੈਂ ਉਸ ਪਰਮਾਤਮਾ ਦੇ ਨਾਲ ਮਿਲ ਕੇ ਆਪਣੇ ਜੀਵਨ ਦੇ ਜਿਤਨੇ ਵੀ ਬੰਧਨ ਸਨ, ਜਿਹੜੇ ਸੰਸਾਰਿਕ ਤੌਰ ਤੋਂ ਇਹ ਬੰਧਨ ਮੈਨੂੰ ਪਏ ਹੋਏ ਸਨ, ਮਾਇਆ ਦੇ ਵਿੱਚ ਮੈਂ ਗਲਤਾਨ ਸੀ, ਇਹ ਮਾਇਆ ਦੇ ਬੰਧਨ ਟੁੱਟ ਗਏ ਅਤੇ ਇਹਨਾਂ 'ਚੋਂ ਮੇਰੀ ਖਲਾਸੀ ਹੋ ਗਈ ਹੈ ਔਰ ਉਹਨਾਂ ਦੇ ਬੋਲ ਬੁਲਾਰੇ ਜੀਵਨ 'ਚੋਂ ਖਤਮ ਹੋ ਗਏ ਹਨ। ਇਹ ਕਿਸੇ ਮਰ ਚੁੱਕੇ ਪ੍ਰਾਣੀ ਦੇ ਪਰਥਾਏ ਸ਼ਬਦ ਨਹੀਂ ਹੈ, ਸਗੋਂ ਜਿਉਂਦੇ ਜੀ ਅਸੀਂ ਆਪਣੇ ਜੀਵਨ ਨੂੰ ਇਹਨਾਂ ਵਿਕਾਰਾਂ ਤੋਂ ਕਿਵੇਂ ਬਚਾਉਣਾ ਹੈ, ਉਸ ਪਰਥਾਏ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਸੋ ਇਤਨੇ ਵਿਚਾਰ, ਇਤਨੇ ਬਚਨ ਇਸ ਸ਼ਬਦ ਦੇ ਰਾਹੀਂ ਪ੍ਰਵਾਨ ਕਰ ਲੈਣੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।